ਜਸਬੀਰ ਮੰਡ ਦਾ ਨਾਵਲ ਬੋਲ ਮਰਦਾਨਿਆਂ ਦਾ 12ਵਾਂ ਅੰਕ। ਇਹ ਪਹਾੜੀਆਂ 'ਚੋਂ ਲੰਘਦਾ ਭੀੜਾ ਰਸਤਾ ਸੀ। ਜਦੋਂ ਇਹਨਾਂ ਵਿੱਚੋਂ ਦੀ ਲੰਘੋ ਜਿਵੇਂ ਤੁਸੀਂ ਕਿਸੇ ਬਾਗ ਦੇ ਜਬਾੜੇ 'ਚ ਆ ਗਏ ਹੋ। ਇਸ ਰਸਤੇ ਦੇ ਇੱਕ ਪਾਸਿਓਂ ਡੂੰਘੇ ਬਰਸਾਤੀ ਚੋਏ ਲੰਘਦੇ। ਇਹਨਾਂ ਨੂੰ ਪਾਰ ਕਰਦੇ ਸਾਰੀ ਉੱਪਰ ਇੱਕ ਹਥੇਲੀ ਵਾਂਗ ਉਭਰੀ ਜਗ੍ਹਾ ਦਿਸੀ। ਪਹਾੜੀਆਂ ਦੀ ਓਟ ਨਾਲ ਜਿਹੜੀਆਂ ਆਵਾਜ਼ਾਂ ਨਹੀਂ ਸੀ ਸੁਣ ਰਹੀਆਂ, ਉਹ ਅਚਾਨਕ ਹੀ ਇੱਥੇ ਆ ਕੇ ਸੁਣਨ ਲੱਗੀਆਂ। ਇਸ ਜਗ੍ਹਾ ਦੀ ਬਣਤਰ ਅਜਿਹੀ ਸੀ ਕਿ ਉੱਪਰੋਂ ਆਉਂਦੀਆਂ ਆਵਾਜ਼ਾਂ ਥੱਲੇ ਵਗਦੇ ਚੋਇਆਂ ਵੱਲ ਨਿਕਲ ਜਾਂਦੀਆਂ ਤੇ ਇਸ ਪਗਡੰਡੀ ਨੂੰ ਉਦੋਂ ਹੀ ਸੁਣਦੀਆਂ ਜਦੋਂ ਇਹ ਬਿਲਕੁਲ ਉੱਪਰ ਜਾ ਪਹੁੰਚਦੀ। ਆਵਾਜ਼ਾਂ ਬਹੁਤ ਉੱਚੀ ਸਨ। ਚੀਖਾਂ, ਕੁਰਲਾਟਾਂ, ਜ਼ੋਰ-ਜ਼ੋਰ ਦੀ ਗਲਾ ਫਾੜ ਕੇ ਆਪਣੇ ਅੰਦਰੋਂ ਕੁਝ ਕੱਢਣ ਦੀ ਕੋਸ਼ਿਸ਼ ਜਾਪਦੀ ਸੀ। ਅੱਗੇ ਚੱਲਦੇ ਬਾਬੇ ਤੋਂ ਬਿਨਾਂ ਜਿਹੜੀ ਜਗ੍ਹਾ ਬਚੀ ਸੀ, ਉਸ ਰਾਹੀਂ ਮਰਦਾਨੇ ਨੇ ਵੇਖਿਆ ਦੂਰ ਤੱਕ ਧੂਣੀਆਂ ਧੁਖ ਰਹੀਆਂ ਸਨ। ਸਿਰੇ ਤੱਕ ਲੰਬੀ ਚਿਮਟਿਆਂ ਦੀ ਕਤਾਰ ਸਾਹਮਣੇ ਇੱਕ ਦਿਓ ਆਕਾਰ ਸਿਰ ਤੇ ਦਾੜੀ ਨਾਲ ਇੱਕੋ ਜਿਹਾ ਦਿਸਦਾ ਚਿਹਰਾ ਬੈਠਾ ਸੀ। ਉਹਦੇ ਦੋਵੇਂ ਪਾਸੇ ਅੰਗਿਆਰਿਆਂ ਦੇ ਢੇਰ ਸਨ। ਜਿਸ ਵੱਲ ਉਹਦਾ ਜੀਅ ਕਰਦਾ ਉਸ ਵੱਲ ਉਹ ਚਿਮਟੇ ਨਾਲ ਅੰਗਿਆਰ ਸੁੱਟਦਾ। ਸਮੂਹ ਵਿੱਚ ਖੜਾ ਉਹ ਬੰਦਾ ਅੰਗਿਆਰ ਚੁੱਕਦਾ, ਅੱਗੇ ਪਿੱਛੇ ਅੰਗਿਆਰਾਂ ਦੇ ਰਾਹ ਤੇ ਤੁਰਨ ਲੱਗਦਾ। ਇਹ ਅੰਗਿਆਰਾਂ ਦਾ ਰਾਹ ਘੁੰਮ ਕੇ ਜਦੋਂ ਉਸ ਗੁਰੂ ਕੋਲੋਂ ਲੰਘਦਾ ਤਾਂ ਉਹ ਇੱਕ ਤਾਜ਼ੇ ਗਰਮ ਕੋਲਿਆਂ ਦਾ ਪਰਾਗਾ ਉਸ ਉੱਤੇ ਸੁੱਟਦਾ। ਇਹ ਉਹ ਚੀਕਾਂ ਕੁਰਲਾਟਾਂ ਸਨ ਜੋ ਜ਼ਿਆਦਾ ਉੱਚੀ ਸੁਣਦੀਆਂ ਸਨ। ਸਿਰੇ ਤੇ ਸਰਕੜੇ ਦਾ ਵਿਛਿਆ ਬਿਸਤਰਾ ਸੀ ਜਿਸ ਉੱਤੇ ਜਾ ਕੇ ਉਹ ਲਿਟਦਾ। ਛਾਲਿਆਂ ਨੂੰ ਚੀਰਦਾ ਸਰਕੜਾ ਪੂਰੇ ਪਿੰਡੇ ਨੂੰ ਲਹੂ ਲੁਹਾਨ ਕਰ ਦਿੰਦਾ। ਉਸ ਤੋਂ ਅੱਗੇ ਇੱਕ ਠੰਡੇ ਪਾਣੀ ਦੀ ਬਾਲਟੀ ਉਹਦੇ ਸਿਰ ਤੇ ਪਾਈ ਜਾਂਦੀ। ਉਹ ਦੁਬਾਰਾ ਉਸ ਦਿਓ ਆਕਾਰ ਬੰਦੇ ਸਾਹਮਣੇ ਜਾਂਦਾ ਤਾਂ ਉਹਦੀ ਚੀਖ ਦੀ ਆਵਾਜ਼ ਸੁਣਦੀ। ਘਰ ਆਇਆ ਪਾਰ ਦੁਨਿਆਵੀ ਨਰਕ, ਬੋਲ ਓਮ। ਫਿਰ ਆਲੇ ਦੁਆਲੇ ਖੜੇ ਬੰਦੇ ਫੂਕੇ ਸਰੀਰ ਵੱਲ ਵੇਖ ਕੇ ਉੱਚੀ ਉੱਚੀ ਚੀਖਦੇ, ਓਮ ਓਮ ਓਮ। ਚੁਫੇਰੇ ਮਾਸ ਦੀ ਗੰਧ ਆ ਰਹੀ ਸੀ। ਰੱਬ ਨੂੰ ਪਾਉਣ ਦੇ ਔਖੇ ਰਾਹ ਤਾਂ ਮਰਦਾਨੇ ਨੇ ਵੇਖੇ ਸੁਣੇ ਸਨ, ਪਰ ਇਸ ਤਰ੍ਹਾਂ ਸਰੀਰਾਂ ਨਾਲ ਲਾਪਰਵਾਹੀ ਪਹਿਲੀ ਵਾਰੀ ਵੇਖੀ ਸੀ। ਅੱਗੇ ਚੱਲਦੇ ਬਾਬੇ ਤੋਂ ਪਹਿਲਾਂ ਇੱਕ ਪੁਰਾਣੇ ਕਾਲੇ ਹੋਏ ਚਟਾਕਾਂ ਵਾਲਾ ਚਿਹਰਾ ਸਾਹਮਣੇ ਬਾਹਾਂ ਖਿਲਾਰ ਖੜਾ ਸੀ। ਇੱਥੇ ਸਾਜ਼ ਨਹੀਂ, ਵੈਰਾਗ ਚੱਲਦਾ ਹੈ। ਜਦੋਂ ਮਰਦਾਨਾ ਰੋਕੇ ਹੋਏ ਬਾਬੇ ਕੋਲ ਪਹੁੰਚਿਆ ਉਦੋਂ ਤੱਕ ਉਹ ਪੱਥਰ ਤੇ ਬੈਠ ਗਿਆ ਸੀ। ਚੁਫੇਰੇ ਪੱਥਰ ਹੀ ਪੱਥਰ ਸਨ, ਨੋਕੀਲੇ, ਤਿੱਖੇ, ਚੌਰਸ, ਜਿਵੇਂ ਬਣਨ ਵੇਲੇ ਹੀ ਘੜ ਦਿੱਤੇ ਗਏ ਹੋਣ। ਜਿਸ ਪੱਥਰ ਤੇ ਬਾਬਾ ਬੈਠਾ ਸੀ, ਮਰਦਾਨਾ ਸੋਚਦਾ ਸੋਚਦਾ ਉਹਦੇ ਪਿੱਛੇ ਖੜ ਗਿਆ। ਚੁਫੇਰੇ ਅੱਗ ਦਾ ਸੇਕ ਸੀ, ਉਹ ਤੋਂ ਜ਼ਿਆਦਾ ਧੂੰਆਂ ਸੀ। ਲਾਲ ਅੱਖਾਂ ਵਾਲੇ ਚਿਹਰੇ ਇੱਧਰ ਵੱਲ ਘੂਰਦੇ, ਪਰ ਕੁਝ ਦੀ ਕੋਲਿਆਂ ਤੇ ਚੱਲਣ ਦੀ ਵਾਰੀ ਹਾਲੇ ਆਉਣੀ ਸੀ। ਚਟਾਕਾਂ ਵਾਲਾ ਚਿਹਰਾ ਹਾਲੇ ਉਹਨਾਂ ਸਾਹਮਣੇ ਖੜਾ ਸੀ। ਸ਼ਾਇਦ ਅਜਿਹਾ ਗੁਰੂ ਦਾ ਹੁਕਮ ਸੀ। ਕੌਣ ਆਇਆ ਪਰਾਇਆ? ਸੇਕ ਨਾਲ ਅੰਨਾ ਹੋਇਆ ਇੱਕ ਬਿਰਧ ਬਿੜਕਦੀ ਪਛਾਣ ਨਾਲ ਬੋਲਿਆ, ਕੋਈ ਨਾਨਕ ਤਪਾ ਹੈ ਆਪਣੀ ਸਾਜ਼ੀ ਨਾਲ। ਸਿਆਲ ਦੀ ਠੰਡੀ ਸ਼ਾਮ ਚੁਫੇਰੇ ਖੜੇ ਦਰਖਤਾਂ ਦੇ ਲੰਮੇ ਪਰਛਾਵਿਆਂ ਨਾਲ ਹੋਰ ਠੰਡੀ ਹੋ ਗਈ। ਰਾਤ ਦੀਆਂ ਥੱਕੀਆਂ ਚਮਗਿੱਦੜਾਂ ਨੂੰ ਇੱਕ ਬਾਂਦਰ ਜ਼ੋਰ ਜ਼ੋਰ ਦੀ ਹਿਲਾਉਂਦਾ ਕਦੇ ਆਏ ਮਹਿਮਾਨਾਂ ਵੱਲ ਝਾਕਦਾ। ਪੁੱਠੀਆਂ ਲਟਕਦੀਆਂ ਚਮਗਿੱਦੜਾਂ ਸ਼ਾਇਦ ਅਜਿਹੇ ਝਟਕਿਆਂ ਦੀਆਂ ਆਦੀ ਸਨ। ਬਾਂਦਰ ਨੂੰ ਇਹ ਨਹੀਂ ਸੀ ਪਤਾ ਕਿ ਕਿਸੇ ਲਈ ਹੁਣ ਰਾਤ ਹੈ। ਹੁਣ ਵੱਡੇ ਪੱਥਰ ਤੇ ਬੈਠਾ ਉਹ ਲਾਲ ਚਿਹਰਾ ਅੱਗੇ ਆਇਆ। ਉਹ ਸ਼ਾਇਦ ਇਸ ਉਡੀਕ 'ਚ ਸੀ ਕਿ ਮਹਿਮਾਨ ਉਹਦੇ ਸਾਹਮਣੇ ਆ ਕੇ ਖੜਾ ਹੋਏਗਾ। ਉਹ ਕੁਝ ਦੇਰ ਇੱਕ ਟਕ ਬਾਬੇ ਵੱਲ ਵੇਖਦਾ ਰਿਹਾ। ਕਬੂਤਰ ਦੇ ਕੰਠ ਵਰਗਾ ਉਹਦਾ ਰੰਗ ਲਾਲ ਹੋਣ ਦੀ ਕੋਸ਼ਿਸ਼ ਵਿੱਚ ਸੀ। ਕਿਸ ਨੇ ਦੱਸਿਆ ਬ੍ਰਹਮਚਾਰੀਆਂ ਦਾ ਰਸਤਾ ਦੁਨੀਆ ਵਾਲਿਓ? ਅਸੀਂ ਤਾਂ ਉਹਦੇ ਹੁਕਮੀ ਹਾਂ, ਰਸਤਾ ਵੀ ਉਹਨੇ ਹੀ ਦੱਸਿਆ। ਸਰੀਰ ਉੱਤੇ ਕੋਈ ਦਾਗ ਨਹੀਂ, ਚਟਾਕ ਨਹੀਂ, ਨਿਸ਼ਾਨ ਨਹੀਂ। ਸਾਧਨਾ ਕਿੱਥੇ ਕੀਤੀ ਹੈ? ਬੜੇ ਨਿਖਰੇ ਫਿਰਦੇ ਹੋ। ਉਹਦੇ ਮਿਲਾਪ ਨਾਲ ਦਾਗ ਮਿਟ ਗਏ ਨੇ। ਪਿੱਠ ਪਿੱਛੇ ਬੈਠਾ ਮਰਦਾਨਾ ਬਰਾਬਰ ਵਾਲੇ ਪੱਥਰ ਤੇ ਆ ਬੈਠਿਆ ਤਾਂ ਜੋ ਬਾਬੇ ਦਾ ਬੋਲਦਾ ਚਿਹਰਾ ਦਿਸ ਸਕੇ। ਰੱਬ ਨੂੰ ਦੁੱਖ ਕਾਰਨ ਖੋਜ ਰਹੇ ਹੋ? ਦਇਆ ਦੀ ਫਰਿਆਦ 'ਚ ਬਾਬੇ ਦੀ ਪਹਿਲੀ ਆਵਾਜ਼ ਸੀ। ਤੇਰਾ ਮਤ ਕੀ ਹੈ? ਹੰਕਾਰ ਨੇ ਨਿਮਰਤਾ ਤੋਂ ਉਲਟ ਸਵਾਲ ਕੀਤਾ। ਮੇਰਾ ਮਤ ਪ੍ਰੇਮ ਹੈ। ਮੈਨੂੰ ਸਾਹਮਣੇ ਮੇਰਾ ਸਰੀਰ ਪਿਆ ਦਿਸਦਾ ਹੈ। ਮੈਂ ਆਪਣੀਆਂ ਦੋਵੇਂ ਅੱਖਾਂ ਆਪ ਵੇਖ ਸਕਦਾ। ਮੈਨੂੰ ਪ੍ਰੇਮ ਸਿਖਾ ਰਹੇ ਹੋ? ਉਹ ਗੁੱਡਣੀਆਂ ਭਾਰ ਹੋ ਗਿਆ ਸੀ। ਮੈਂ ਸਰੀਰ ਹਾਂ, ਇਹੋ ਤਾਂ ਵਾਸ਼ਨਾ ਦਾ ਪ੍ਰਾਣ ਹੈ। ਦੁੱਖ ਨੂੰ ਧਾਰਮਿਕ ਬਣਾਉਣ ਦੀ ਜ਼ਿੱਦ 'ਚੋਂ ਫਿਰ ਆਪ ਹੀ ਆਪਣੇ ਸਿਰਜੇ ਦੁੱਖਾਂ ਦੇ ਕਾਰਨ ਲੱਭਦੇ ਹੋ। ਸਰੀਰ ਦੁੱਖ ਵਰਗਾ ਹੈ। ਜਿਸ ਤਰ੍ਹਾਂ ਰਾਤ ਕੋਲ ਇੱਕ ਹੀ ਪਹਿਰਾਵਾ ਹੈ, ਹਨੇਰਾ। ਸਰੀਰ ਵੀ ਦੁੱਖਾਂ ਦਾ ਹੀ ਓੜਨਾ ਹੈ। ਵਾਸ਼ਨਾ ਦੀ ਵਡਿਆਈ ਕਰਦੇ ਹੋ। ਰਾਤ ਕੋਲ ਗਹਿਣੇ ਬੜੇ ਨੇ, ਜ਼ਰਾ ਨਜ਼ਰ ਉਠਾ ਕੇ ਤਾਂ ਵੇਖੋ। ਅਜਿਹੇ ਵੇਲੇ ਬਾਬੇ ਦੀਆਂ ਅੱਖਾਂ 'ਚ ਇੱਕ ਨਿੱਤਰਿਆ ਵਰਤਮਾਨ ਦਿਸਦਾ ਹੈ।
ਜਿਸ 'ਚ ਆਪਣਾ ਹੀ ਚਿਹਰਾ ਆਪਣੇ ਆਪ ਨੂੰ ਪਹਿਲਾਂ ਨਾਲੋਂ ਸੋਹਣਾ ਦਿਸਣ ਲੱਗ ਪੈਂਦਾ ਹੈ। ਮਰਦਾਨਾ ਖਿਸਕ ਕੇ ਬਾਬੇ ਦੇ ਸਾਹਮਣੇ ਵਾਲੇ ਪੱਥਰ 'ਤੇ ਚਲਾ ਗਿਆ। ਕੀ ਅਸੀਂ ਭੋਗ ਨੂੰ ਸਵੀਕਾਰ ਕਰ ਲਈਏ? ਕਿਸੇ ਕਲਪਨਾ ਨੇ ਉਹਦੇ ਪਿੰਡੇ ਨੂੰ ਝਟਕਿਆ। ਭੋਗ ਬੰਧਨ ਹੈ, ਉਪਯੋਗ ਬੰਧਨ ਨਹੀਂ ਹੈ। ਕੀ ਸਾਧਨਾ ਵੀ ਭੋਗ ਹੈ? ਤੁਸੀਂ ਸਾਧਨਾ ਰਾਹੀਂ ਵਾਸ਼ਨਾ ਖੋਜ ਰਹੇ ਹੋ। ਆਪਣੇ ਤੋਂ ਬਚਣ ਦਾ ਵੀ ਕੀ ਨਸ਼ਾ ਹੁੰਦਾ ਹੈ? ਇੱਕ ਆਨੰਦ ਅਜਿਹਾ ਵੀ ਹੈ ਜੋ ਕਿਸੇ ਉੱਪਰ ਨਿਰਭਰ ਨਹੀਂ ਕਰਦਾ। ਕੋਈ ਉਪਾਅ ਦੱਸੋ। ਉਹਦੀ ਉੱਠੀ ਹੋਈ ਗੋਡਣੀ ਧਰਤੀ ਨਾਲ ਜਾ ਲੱਗੀ। ਉਹਦਾ ਖੂੰਖਾਰ ਚਿਹਰਾ ਢਿੱਲਾ ਪੈ ਗਿਆ ਸੀ। ਕੁਝ ਪਕੜਿਆ, ਕੁਝ ਛੱਡਿਆ, ਦੋਵੇਂ ਬੰਧਨ। ਬਾਬਾ ਉਹਦੇ ਵੱਲ ਵੇਖ ਮੁਸਕਰਾ ਰਿਹਾ ਸੀ। ਆਪਣਾ ਹੀ ਮਨ ਏ, ਕਿਉਂ ਨਹੀਂ ਮੰਨੂ? ਉਹ ਉੱਚੀ ਉੱਚੀ ਹੱਸਿਆ। ਅੱਧ ਜਲੇ ਚਿਹਰੇ ਜੋ ਸੜਨ ਨਾਲ ਚੰਗੀ ਤਰ੍ਹਾਂ ਬੈਠ ਵੀ ਨਹੀਂ ਸੀ ਸਕਦੇ, ਉਹ ਵੀ ਖੁੱਲ੍ਹ ਕੇ ਹੱਸੇ। ਮਰਦਾਨੇ ਨੂੰ ਪਤਾ ਸੀ ਇਹਨਾਂ ਚੱਲਦੀਆਂ ਗੱਲਾਂ ਨੇ ਗਾਉਣ ਲੱਗ ਪੈਣਾ ਹੈ। ਉਹ ਪਿਛਲੇ ਪੱਥਰ ਉੱਤੇ ਪਈ ਰਬਾਬ ਚੁੱਕਣ ਤੁਰ ਪਿਆ। ਉੱਚੀਆਂ ਸਖਤ ਪਹਾੜੀਆਂ 'ਚੋਂ ਇੱਕ ਛੋਟੇ ਜਿਹੇ ਸਾਜ਼ ਨਾਲ ਹਲੀਮੀ ਆ ਗਈ ਸੀ। ਜਲੇ ਹੋਏ ਸਰੀਰ ਥੱਲੇ ਵਗਦੀ ਨਦੀ ਵੱਲ ਚਲੇ ਗਏ ਸਨ। ਲੰਮੀ ਸੰਗੀਤ ਦੀ ਚੁੱਪ ਤੋਂ ਬਾਅਦ ਕਿਸੇ ਨੇ ਉਹਨੂੰ ਬੁਲਾਇਆ। ਗੁਰਭਾਈ, ਅੱਜ ਕਈ ਮਹੀਨਿਆਂ ਬਾਅਦ ਆਪਣਾ ਭੁੱਲਿਆ ਨਾਂ ਫੇਰ ਸੁਣਿਆ। ਜੀ ਕੀਤਾ ਸ਼ੁੱਧ ਭੈਰਵੀ ਪੰਚਮ 'ਚ ਗਾਵਾਂ। ਫਿਰ ਬਾਬੇ ਦਾ ਅਗਲਾ ਆਲਾਪ ਸੁਣਿਆ। ਉਹ ਸਭ ਛੱਡਣ ਤਾਂ ਆਏ, ਪਰ ਇੱਕ ਜਗ੍ਹਾ ਆ ਕੇ ਰੁਕ ਗਏ। ਉਹਨਾਂ ਦੇ ਜਲੇ ਸਰੀਰਾਂ 'ਤੇ ਹਾਲੇ ਬਹੁਤ ਟੀਸ ਸੀ। ਇੱਥੋਂ ਹੋਰ ਸੰਪਰਦਾਵਾਂ ਦੀਆਂ ਜਗ੍ਹਾਵਾਂ ਨੇ। ਬਾਬਾ ਕੁਛ ਨਹੀਂ ਬੋਲਿਆ। ਉਹ ਚੱਲਦੇ ਰੁਕ ਗਏ ਤੇ ਬਾਬਾ ਚੱਲਦਾ ਅੱਗੇ ਲੰਘ ਗਿਆ। ਪਰ ਮਰਦਾਨੇ ਨੂੰ ਜਾਪਿਆ ਕੁਝ ਜ਼ਰੂਰ ਕਿਹਾ ਜਾਣਾ ਚਾਹੀਦਾ ਸੀ। ਅੱਗੇ ਇੱਕ ਵਗਦੀ ਨਦੀ ਦੀ ਬਰੀਕ ਧਾਰਾ ਚੱਲ ਰਹੀ ਸੀ। ਉਹਦੇ ਦੋਵੇਂ ਪਾਸੇ ਪਗਡੰਡੀਆਂ ਸਨ। ਪਗਡੰਡੀਆਂ ਦੇ ਪੈਰਾਂ ਉੱਪਰ ਸਿੱਧੇ ਉੱਚੇ ਪਹਾੜ ਖੜੇ ਸਨ, ਜਿਨ੍ਹਾਂ ਦੀਆਂ ਹੇਠਲੀਆਂ ਢਲਾਣਾਂ ਉੱਪਰ ਜੋਗੀਆਂ ਦੇ ਵਾੜੇ ਸਨ। ਫਿਰ ਵੀ ਵਗਦਾ ਪਾਣੀ ਬਾਹਰ ਨਿਕਲਣ ਦਾ ਰਾਹ ਦੱਸ ਰਿਹਾ ਸੀ। ਹਾਲੇ ਸੱਜਰੀ ਸਵੇਰ ਸੀ। ਪਹਾੜਾਂ ਦੇ ਠੰਡੇ ਚਿਹਰੇ ਕਾਂਬਾ ਛੇੜ ਰਹੇ ਸਨ। ਚੁਫੇਰੇ ਰਾਤ ਦੀਆਂ ਧੂਣੀਆਂ ਦੇ ਢੇਰ ਦਿਸ ਰਹੇ ਸਨ। ਜੋਗੀਆਂ ਦੀਆਂ ਬੁਝੀਆਂ ਰਾਖ ਦੀਆਂ ਢੇਰੀਆਂ ਨੂੰ ਫਰੋਲਦੀਆਂ ਚਿੜੀਆਂ ਕਿਤੇ ਕਿਤੇ ਨਿੱਘੀ ਰਾਖ ਉੱਪਰੋਂ ਜਲਦੀ ਨਾਲ ਪੰਜਾ ਚੁੱਕਦੀਆਂ ਤੇ ਕੋਸੇ ਭੁੱਜੇ ਹੋਏ ਦਾਣੇ ਦੇ ਸੁਆਦ ਨੂੰ ਵੰਡਦੀਆਂ ਚੱਕਣ ਲੱਗ ਪੈਂਦੀਆਂ। ਸਾਰੀ ਰਾਤ ਮਰਦਾਨੇ ਨੇ ਵੀ ਅਜਿਹੀ ਇੱਕ ਧੂਣੀ ਅੱਗੇ ਅੱਗ ਸੇਕੀ ਸੀ। ਜਦੋਂ ਗੱਲਾਂ ਮੁੱਕਦੀਆਂ ਤਾਂ ਫੇਰ ਕਹਿੰਦੇ, ਥੋੜ੍ਹਾ ਸਾਜ਼ ਹੀ ਸੁਣਾ ਦੇ। ਰੁਕਦੀ ਗੱਲ ਨੂੰ ਤੋਰ ਲੈਂਦੇ। ਉਹਨਾਂ ਨੂੰ ਇਹਦੀ ਆਦਤ ਕਿੰਨੀ ਛੇਤੀ ਪੈ ਗਈ ਸੀ। ਵੱਖ-ਵੱਖ ਟੋਲਿਆਂ 'ਚ ਵੰਡੇ ਉਹ ਚਿਹਰੇ ਸਾਜ਼ ਸੁਣਨ ਲਈ ਚੁੱਪ ਕਰ ਜਾਂਦੇ। ਬਾਬਾ ਤੇ ਗੁਰੂ ਦੇਰ ਰਾਤ ਤੱਕ ਗੱਲਾਂ ਕਰਦੇ ਰਹੇ। ਜੋਗੀ ਦੱਸ ਰਹੇ ਸਨ ਕਿ ਅੱਜ ਅਸੀਂ ਕਿੰਨੇ ਸਾਲ ਬਾਅਦ ਆਪਣੇ ਪਿਛਲੇ ਜੀਵਨ ਦੀਆਂ ਗੱਲਾਂ ਕੀਤੀਆਂ ਨੇ। ਜੇ ਸੰਸਾਰ ਛੁੱਟਿਆ ਹੀ ਨਹੀਂ ਤਾਂ ਪਹਾੜਾਂ ਉੱਪਰੋਂ ਚਲੋ ਸਾਡੇ ਨਾਲ। ਪੈਣ ਲੱਗੇ ਮਰਦਾਨੇ ਨੇ ਆਪਣੇ ਨਾਲ ਦੇ ਜੋਗੀ ਨੂੰ ਸਵਾਲ ਕੀਤਾ ਸੀ, ਜੇ ਰੱਬ ਤੇਰੇ ਵਰਗੀ ਸਭ ਨੂੰ ਕਿਸਮਤ ਦੇ ਦੇਵੇ ਤਾਂ ਤੇਰੇ ਗੁਰੂ ਨੂੰ ਇੱਥੇ ਆਉਣ ਦੀ ਕੀ ਜ਼ਰੂਰਤ ਸੀ? ਮਰਦਾਨਾ ਦੇਰ ਤੱਕ ਸੋਚਦਾ ਰਿਹਾ। ਕਿਸੇ ਦੇ ਆਉਣ ਨਾਲ ਕਿੰਨਾ ਫਰਕ ਪੈ ਜਾਂਦਾ ਹੈ। ਜਦ ਵੀ ਉਹਦੀ ਜਾਗ ਖੁੱਲ੍ਹਦੀ, ਬਹੁਤ ਸਾਰੇ ਸਰੀਰਾਂ ਤੋਂ ਹਾਲੇ ਵੀ ਪਾਸਾ ਨਹੀਂ ਸੀ ਵੱਟਿਆ ਜਾਂਦਾ। ਸਵੇਰੇ ਕੋਈ ਕਹਿ ਰਿਹਾ ਸੀ, ਜਲਿਆ ਹੋਇਆ ਪਾਸਾ ਦੁਖਦਾ ਤਾਂ ਅੱਗੇ ਵੀ ਸੀ, ਪਰ ਰਾਤ ਮਨ ਕਹਿੰਦਾ ਸੀ ਜੇ ਦੁਖਦਾ ਹੈ ਤਾਂ ਬੋਲ ਕੇ ਦੱਸ। ਤੁਰਨ ਤੋਂ ਪਹਿਲਾਂ ਉਹਨਾਂ ਆਸਾ ਰਾਗ 'ਚ ਗਾਇਆ ਸੀ। ਪਗਡੰਡੀ ਹੁਣ ਥੋੜ੍ਹੀ ਉੱਪਰ ਉੱਠਦੀ ਜੋਗੀਆਂ ਦੇ ਟਿਕਾਣਿਆਂ ਕੋਲੋਂ ਲੰਘ ਰਹੀ ਸੀ। ਇੱਥੋਂ ਗੱਲ ਕਰੀ ਤੇ ਸੁਣੀ ਜਾ ਸਕਦੀ ਸੀ। ਬੜੇ ਬੱਦਲਾਂ ਵਾਂਗ ਉੱਡੇ ਜਾ ਰਹੇ ਹੋ, ਕਿਤੇ ਵਰਸੋਂਗੇ ਵੀ। ਕੋਈ ਰਿਸ਼ਤਾ ਛੱਡ ਜਾਓ ਸੰਤੋ। ਇੱਕ ਜਟਾਧਾਰੀ ਢਲਾਣ ਉੱਤੋਂ ਉੱਲ ਰਿਹਾ। ਜਾਣ ਨੂੰ ਛੱਡਣਾ ਕਿਉਂ ਸਮਝਦਾ? ਸਭ ਕੁਝ ਤੁਰਦੇ ਤੁਰਦੇ ਚੱਲ ਰਿਹਾ ਸੀ। ਜੋਗੀਆਂ ਨੂੰ ਵੀ ਤਾਂ ਯਾਦਾਂ ਚਾਹੀਦੀਆਂ ਨੇ। ਗੱਲ ਅਗਲੀ ਢਲਾਣ 'ਤੇ ਬੈਠੇ ਜਟਾਧਾਰੀ ਨੇ ਤੋਰੀ। ਲੜੀ ਇੱਕੇ ਚੱਲ ਰਹੀ ਸੀ। ਇਸ ਗੁਰੀਏ ਦੀਆਂ 108 ਯਾਦਾਂ ਘੱਟ ਨੇ। ਦੇਹ ਅੰਦਰ ਕਿੰਨੇ ਗੁਰੀਏ ਨੇ? ਦੇਹ ਤਾਂ ਅਸੀਂ ਹਾਂ ਹੀ ਨਹੀਂ, ਪਰ ਸਾਡਾ ਤਾਂ ਅਭਿਆਸ ਹੀ ਦੇਹ ਤੋਂ ਸ਼ੁਰੂ ਹੁੰਦਾ ਹੈ। ਜਿੱਥੋਂ ਦੇਹ ਛੁੱਟੇ ਅਸਲੀ ਆਰੰਭ ਉੱਥੋਂ ਹੋਣਾ ਹੈ। ਕੁਝ ਕਹਿਣ ਨਾਲ ਕੁਝ ਰਹਿ ਨਹੀਂ ਜਾਏਗਾ। ਜੇ ਇਹ ਲੱਛਣ ਫੜ ਲਿਆ ਤਾਂ ਇੱਥੇ ਹੀ ਰੁਕ ਜਾ। ਇਸ ਵਾਰੀ ਬਾਬੇ ਦੀ ਬਾਂਹ ਵੀ ਉੱਠੀ ਸੀ। ਮਰਦਾਨੇ ਨੇ ਬੜੀ ਕੋਸ਼ਿਸ਼ ਕੀਤੀ ਕਿਸੇ ਤਰ੍ਹਾਂ ਸਭ ਕੁਝ ਸੁਣ ਲਿਆ ਜਾਏ ਤਾਂ ਜੋ ਸੁਣ ਸਕਿਆ ਉਹ ਯਾਦ ਰੱਖ ਸਕੇ, ਪਰ ਤਲਵੰਡੀ ਦੀਆਂ ਯਾਦਾਂ ਨੇ ਕੁਝ ਪਲਾਂ ਲਈ ਉਹਨੂੰ ਦੂਰ ਕਰ ਦਿੱਤਾ ਸੀ। ਇਸ ਤਰ੍ਹਾਂ ਚੱਲਦੇ ਚੱਲਦੇ ਸੱਚ ਬਾਰੇ ਸਿੱਧੀ ਘੋਸ਼ਣਾ ਸੁਣਨ ਦਾ ਥੋੜ੍ਹਾ ਮੌਕਾ ਉਹਨੇ ਗੁਆ ਦਿੱਤਾ ਸੀ। ਪਾਣੀ ਦੀ ਧਾਰਾ ਹਾਲੇ ਵੀ ਚੱਲ ਰਹੀ ਸੀ। ਜੀ ਕੀਤਾ ਥੋੜ੍ਹਾ ਪਾਣੀ ਪੀ ਲਵਾਂ। ਪਿਆਸ ਬੁਝਾਉਂਦੇ ਕਿਤੇ ਅਗਲੀ ਗੱਲ ਸੁਣਨੋਂ ਹੀ ਨਾ ਰਹਿ ਜਾਏ। ਉਹ ਵਗਦੇ ਪਾਣੀ ਦੀ ਧਾਰਾ ਨੂੰ ਵੇਖਦਾ ਰਿਹਾ ਤੇ ਅੱਗੇ ਚੱਲਦੇ ਬਾਬੇ ਦੀ
ਦੂਰੀ ਦਾ ਅੰਦਾਜ਼ਾ ਲਾਉਂਦਾ ਰਿਹਾ। ਚੁਫੇਰਿਓਂ ਹਾਲੇ ਵੀ ਸਵਾਲ ਜਵਾਬ ਚੱਲ ਰਹੇ ਸਨ। ਉਹਨੇ ਇੱਕ ਛਿਣ ਲਈ ਆਪਣੀ ਸਤ੍ਹਾ ਉੱਪਰੋਂ ਆਪਣਾ ਆਪ ਗੁਜ਼ਰਦਾ ਵੇਖਿਆ। ਇਹ ਛਿਣ ਬਹੁਤ ਛੋਟਾ ਸੀ। ਅਜਿਹੀ ਕਿਸੇ ਪਲ ਨੂੰ ਬਾਬਾ ਪਕੜਨਾ ਕਹਿੰਦਾ ਇਹ ਕੀ? ਵਗਦੇ ਪਾਣੀ ਦੀ ਧਾਰਾ ਦੇ ਪਹਾੜ ਹੋਰ ਨੇੜੇ ਆ ਗਏ ਸਨ। ਸਿੱਧੇ ਖੜੇ ਪਹਾੜਾਂ ਦੇ ਗਲਾਂ ਵਿੱਚ ਤਵੀਤਾਂ ਵਾਂਗ ਲਟਕਦੀਆਂ ਸਿਲਾਂ ਅੱਗੇ ਪਾਣੀ ਵੱਲ ਝੁਕੀਆਂ ਦਿਸਦੀਆਂ ਸਨ। ਜ਼ਿਆਦਾਤਰ ਜੋਗੀਆਂ ਸਾਧਾਂ ਦੇ ਡੇਰੇ ਇਹਨਾਂ ਸਿਲਾਂ ਉੱਪਰ ਹੀ ਸਨ। ਕੋਈ ਸਿਲ ਬਿਲਕੁਲ ਸਿਰ ਤੱਕ ਆ ਜਾਂਦੀ। ਕਿਸੇ ਜੋਗੀ ਦਾ ਪੁੱਛਿਆ ਸਵਾਲ ਬਨੇਰੇ 'ਤੇ ਬੈਠੇ ਬੰਦੇ ਵਾਂਗ ਜਾਪਦਾ, ਪਰ ਘੁੰਮਦੀ ਪਗਡੰਡੀ ਇੱਕ ਵਾਰ ਵੇਖੇ ਚਿਹਰੇ ਨੂੰ ਦੁਬਾਰਾ ਨਾ ਦਿਸਣ ਦਿੰਦੀ। ਬਹੁਤ ਕੁਝ ਪੁੱਛਿਆ ਜਾ ਰਿਹਾ ਸੀ ਤੇ ਬਹੁਤ ਕੁਝ ਪੁੱਛਦੇ ਰਹਿ ਗਿਆ ਸੀ, ਪਰ ਬਾਬਾ ਅੱਜ ਰੁਕ ਨਹੀਂ ਸੀ ਰਿਹਾ। ਇਸ ਸੰਸਾਰ ਨੂੰ ਆਪਣੀ ਇੱਛਾ ਨਾਲ ਛੱਡ ਕੇ ਆਏ ਲੋਕ ਆਪਣੇ ਛੱਡਣ ਦੀ ਘਿਰਣਾ ਨਾਲ ਸਹਿਮਤ ਨਹੀਂ ਸੀ ਦਿਸਦੇ, ਪਰ ਉਸ ਘਿਰਣਾ ਨੂੰ ਆਪਣੀ ਤਾਕਤ ਵਜੋਂ ਵਰਤ ਰਹੇ ਸਨ। ਇਹ ਸੰਨਿਆਸ ਨੂੰ ਉਦਾਸ ਕਰਨ ਵਾਲਾ ਜਗਤ ਕਦੇ ਠੀਕ ਜਾਪਦਾ, ਕਦੇ ਠੀਕ ਨਹੀਂ ਵੀ ਜਾਪਦਾ, ਪਰ ਜਿਸ ਤਰ੍ਹਾਂ ਬਾਬੇ ਦਾ ਤੁਰੰਤ ਸੰਵਾਦ ਚੱਲ ਰਿਹਾ ਸੀ, ਮਰਦਾਨੇ ਲਈ ਬੜਾ ਰੌਚਕ ਸੀ। ਚੁਫੇਰੇ ਫੇਰ ਵੱਡੀਆਂ ਧੂਣੀਆਂ ਦੇ ਢੇਰ ਦਿਸਣ ਲੱਗੇ। ਅੱਗੇ 8 ਪੈਰੀ ਮਕਾਰਬਾ ਸਾਧਾਂ ਦੇ ਡੇਰੇ ਸਨ। ਇੱਥੇ ਕੁਝ ਦੇਰ ਲਈ ਸੰਵਾਦ ਰੁਕ ਗਿਆ। ਸਿਰ ਉੱਪਰ ਜਿੱਦੀ ਲਾਡ ਵਿੱਚ ਗੁੱਥਮ ਹੁੰਦੀਆਂ ਬੱਦਲੀਆਂ ਦਿਸੀਆਂ। ਇਹ ਸਭ ਵਗਦੇ ਪਾਣੀ ਦੇ ਹੀ ਸ਼ੌਕ ਸਨ, ਜੋ ਹੁਣ ਅਸਮਾਨ 'ਚ ਉੱਡ ਰਹੇ ਸਨ। ਫਿਰ ਬੱਦਲਾਂ ਦੀਆਂ ਛਾਵਾਂ ਪਹਾੜੀਆਂ ਉੱਪਰ ਚੜ੍ਹਦੀਆਂ ਦਿਸੀਆਂ। ਉਹਨਾਂ ਦੇ ਲੰਘ ਗਏ ਰਸਤੇ ਉੱਪਰ ਕੋਈ ਨਿਸ਼ਾਨੀ ਨਾ ਦਿਸਦੀ। ਅਜਿਹੀ ਮਰਦਾਨੇ ਨੂੰ ਆਪਣੇ ਬਚਪਨ ਦੇ ਦਿਨ ਯਾਦ ਆਏ, ਜਦੋਂ ਕੱਚੀਆਂ ਅੰਬੀਆਂ ਨੂੰ ਮਿੱਠੀਆਂ ਦੀ ਯਾਦ ਵਿੱਚ ਖਾਂਦੇ ਸਨ। ਅਗਲੇ ਕਈ ਦਿਨ ਕੱਚੀਆਂ ਅੰਬੀਆਂ ਦੀ ਖਟਾਸ ਸਾਹਾਂ ਨਾਲ ਮਿਲ ਕੇ ਦੰਦਾਂ ਉੱਤੇ ਵੱਜਦੀ ਰਹਿੰਦੀ। ਇਹ ਪੀੜ ਬੜੀ ਅਨੋਖੀ ਹੁੰਦੀ। ਕੁਝ ਦੇਰ ਕੁਝ ਵੀ ਖਾਣ ਨੂੰ ਜੀ ਨਹੀਂ ਸੀ ਕਰਦਾ, ਤੇ ਫਿਰ ਆਪਣੇ ਆਪ ਪਤਾ ਨਹੀਂ ਖਟਾਸ ਕਿੱਧਰ ਚਲੀ ਜਾਂਦੀ ਸੀ। ਇਸ ਤਰ੍ਹਾਂ ਹੀ ਖਟਾਸ ਨਾਲ ਭਰੇ ਕੁਝ ਪ੍ਰਸ਼ਨ ਹੁਣ ਪਤਾ ਨਹੀਂ ਕਿਸ ਕੋਲ ਚਲੇ ਗਏ ਸਨ। ਸੰਵਾਦ ਫਿਰ ਸ਼ੁਰੂ ਹੋ ਗਿਆ ਸੀ। ਜਿਉਂਦੀਆਂ ਗੱਦੀਆਂ ਦੇ ਪੀਰ ਹੋ, ਕੁਝ ਪਲ ਠਹਿਰ ਹੀ ਜਾਓ। ਵਧੀ ਹੋਈ ਸਿਲ 'ਤੇ ਬੈਠੇ ਭਗਵੇ ਦੀ ਆਵਾਜ਼ ਕੰਨ ਦੇ ਬਹੁਤ ਨੇੜਿਓਂ ਆਈ। ਸਰੀਰਾਂ ਦੇ ਮੇਲ ਹਮੇਸ਼ਾ ਨਹੀਂ ਰਹਿੰਦੇ। ਕਦੇ ਬੀਆਬਾਨਾਂ 'ਚ ਅਗਲੇ ਮੋੜ ਨੇ ਉਹੀ ਆਵਾਜ਼ ਪਿੱਛੇ ਹੀ ਰੋਕ ਲਈ। ਅੱਗੇ ਪਹਾੜੀਆਂ ਦੇ ਮੂੰਹ ਖੁੱਲ੍ਹਣੇ ਸ਼ੁਰੂ ਹੋ ਗਏ ਸਨ। ਨੇੜੇ ਹੀ ਇੱਕ ਵੱਡੀ ਧਾਰਾ ਦੀ ਕੁਰਬਲ ਸੁਣਨੀ ਸ਼ੁਰੂ ਹੋ ਗਈ ਸੀ, ਜਿਵੇਂ ਪਿੱਛੇ ਰਹਿ ਗਏ ਪਿੰਡਾਂ ਦੀਆਂ ਆਵਾਜ਼ਾਂ ਕੁਝ ਦੂਰੀ ਤੱਕ ਸੁਣਦੀਆਂ ਰਹਿੰਦੀਆਂ ਸਨ। ਅਜਿਹਾ ਪਿੱਛੇ ਰਹਿ ਗਏ ਜੋਗੀਆਂ ਦੇ ਡੇਰਿਆਂ ਤੋਂ ਕੁਝ ਵੀ ਨਹੀਂ ਸੁਣਿਆ। ਇੱਕ ਬਿਰਧ ਸਾਧ ਪਿੱਛੇ ਉਹਦਾ ਜਵਾਨ ਚੇਲਾ ਕਿਸੇ ਲੰਬੀ ਯਾਤਰਾ ਤੋਂ ਥੱਕ ਕੇ ਦੁਬਾਰਾ ਅੰਦਰ ਵੜਦੀ ਧਾਰਾ ਵੱਲ ਵੇਖ ਖੁਸ਼ ਹੋ ਰਹੇ ਸਨ। ਮਰਦਾਨੇ ਦਾ ਜੀ ਕੀਤਾ ਕੁਝ ਯਾਤਰਾ ਬਾਰੇ ਪੁੱਛਾਂ, ਪਰ ਉਸ ਤੋਂ ਪਹਿਲਾਂ ਦੋਵੇਂ ਪਹਾੜੀਆਂ ਦੇ ਕਪਾਟ ਖੋਲ੍ਹੇ। ਅੱਗੇ ਪਾਣੀ ਦੀ ਤੇਜ਼ ਚੱਲਦੀ ਧਾਰਾ ਤੇ ਉਹਦੇ ਪਾਰ ਦੂਰ ਤੱਕ ਖੁੱਲ੍ਹੇ ਪੱਧਰੇ ਮੈਦਾਨ ਦਿਸਣ ਲੱਗ ਪਏ ਸਨ, ਪਰ ਉਸ ਤੋਂ ਪਹਿਲਾਂ ਤੇਜ਼ ਧਾਰ ਨੂੰ ਪਾਰ ਕਰਕੇ ਹਫਿਆ ਸਾਹ ਹੋਇਆ ਇੱਕ ਬਿਰਧ ਚਿਹਰਾ ਦਿਸਿਆ। ਇੱਕ ਵਾਰ ਤਾਂ ਜਾਪਿਆ ਉਹਨੂੰ ਢੂੰਡਦੀ ਅੰਮੀ ਇੱਥੇ ਤੱਕ ਆ ਪਹੁੰਚੀ ਹੈ। ਉਹ ਇੱਕ ਸੁੱਟੇ ਹੋਏ ਪੱਥਰ ਨੂੰ ਦੁਬਾਰਾ ਰਸਤੇ ਤੋਂ ਬਾਹਰ ਸੁੱਟਦੀ ਦੋਵਾਂ ਦੇ ਸਾਹਮਣੇ ਆ ਖੜੀ। ਤੁਹਾਡਾ ਵਿਰਾਗ ਕਿੱਥੋਂ ਨਿਕਲਦਾ ਪੁੱਤ? ਉਹਨੂੰ ਦੁਬਾਰਾ ਬੋਲਣ ਦੇ ਮੌਕੇ ਵਜੋਂ ਬਾਬਾ ਕੁਛ ਨਾ ਬੋਲਿਆ। ਉਹ ਸ਼ਾਇਦ ਹਰ ਵਾਰੀ ਇਹੋ ਸਵਾਲ ਪੁੱਛਦੀ ਸੀ। ਮੈਂ ਵੀ ਆਪਣੇ ਪੁੱਤ 'ਚੋਂ ਵੈਰਾਗ ਕੱਢਣਾ ਹੈ। ਹਰ ਵਾਰੀ ਪਹਾੜੀਆਂ ਤੋਂ ਉਤਰਨ ਨੂੰ ਇਨਕਾਰ ਕਰ ਦਿੰਦਾ ਹੈ। ਬਾਰ ਮੈਥੋਂ ਵੀ ਇਹ ਚੜ੍ਹਾਈਆਂ ਨਹੀਂ ਚੜ੍ਹੀਆਂ ਜਾਣੀਆਂ। ਬਾਬੇ ਹਾਲੀ ਵੀ ਉਹਦੇ ਲਈ ਚੁੱਪ ਸੀ। ਪਹਿਲਾਂ ਗਰਮ ਕੋਇਲੇ ਆਪਣੇ ਉੱਤੇ ਪਾਉਂਦਾ ਰਿਹਾ, ਹੁਣ ਆਪਣੇ ਚੇਲਿਆਂ 'ਤੇ ਪਾ ਰਿਹਾ। ਨਾ ਦੱਸੋ ਫਕੀਰੋ ਮਾਵਾਂ ਤੁਹਾਨੂੰ ਇਹੋ ਸਿਖਾ ਕੇ ਤੋਰਿਆ। ਪਹਿਲੀ ਕਿਣੀ ਬਿਰਧ ਚਿਹਰੇ 'ਤੇ ਡਿੱਗੀ। ਅਸਮਾਨ ਵੱਲ ਵੇਖਿਆ, ਫਿਰ ਬੱਦਲਵਾਈ ਹੋ ਗਈ ਸੀ। ਉਹ ਬਿਰਧ ਚਿਹਰਾ ਕਿਸੇ ਉਮੀਦ ਵਿੱਚ ਚੜ੍ਹਾਈ ਚੜ੍ਹਨ ਲੱਗਾ। ਅੱਗੇ ਵਗਦੀ ਧਾਰਾ ਦੇ ਕੰਢੇ ਇੱਕ ਘਰਾਟ ਚੱਲ ਰਿਹਾ ਸੀ। ਚਲਾਉਣ ਵਾਲਾ ਪਾਣੀ ਕਿਤੇ ਦੂਰੋਂ ਪਹਾੜਾਂ ਉੱਪਰੋਂ ਸਫ਼ਰ ਕਰਦਾ ਆਇਆ ਸੀ। ਉਹਨੂੰ ਪਤਾ ਵੀ ਨਹੀਂ ਸੀ ਕਿਸੇ ਨੇ ਉਹਨੂੰ ਪਾਣ ਚੱਕੀ ਲਈ ਵਰਤ ਲਿਆ ਹੈ। ਉਹ ਜਿਹੋ ਜਿਹੇ ਆਕਾਰ ਨਾਲ ਆਇਆ ਸੀ, ਉਹੋ ਜਿਹੇ ਆਕਾਰ ਨਾਲ ਹੁਣ ਵੀ ਵਹਿ ਰਿਹਾ ਸੀ। ਪਰ ਘਰਾਟ ਆਪਣੀ ਕਠੋਰ ਆਵਾਜ਼ ਨਾਲ ਕੁਝ ਪੀਸਦਾ ਤੇ ਕੁਝ ਪੀਸਣ ਲਈ ਆਪਣੇ ਵੱਲ ਖਿੱਚਦਾ। ਕਿਸੇ ਤਰਲ ਧਾਰਾ ਦੇ ਵੇਗ ਨਾਲ ਦੋ ਠੋਸ ਪੁੜ ਆਪਸ 'ਚ ਰਗੜ ਖਾਂਦੇ ਗਰਮ ਹੋ ਰਹੇ ਸਨ, ਪਰ ਪਾਣੀ ਆਪਣੀ ਸਾਦਗੀ ਨਾਲ ਵਹਿੰਦਾ ਥੋੜ੍ਹੀ ਦੂਰ ਤੇ ਵੱਡੀ ਧਾਰਾ 'ਚ ਜਾ ਮਿਲਦਾ। ਧੰਨਵਾਦ। ਚੱਲਦਾ।